ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਟੀਵੀ ਪੰਜਾਬ ਤੇ ਮੈਂ ਹਾਂ ਤੁਹਾਡੇ ਨਾਲ ਇੰਦਰਪ੍ਰੀਤ ਕੌਰ ਸੰਕੇੜਾ। ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਹੈ। ਸਭ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਹੈਡਲਾਈਨਸ ਤੇ। ਵਰਕ ਪਰਮਿਟ ਲੈਣਾ ਹੋਇਆ ਔਖਾ, ਕਰਨਾ ਪੈ ਰਿਹਾ ਹੈ ਲੰਬਾ ਇੰਤਜ਼ਾਰ। ਇਮੀਗ੍ਰੈਂਟਸ ਦੇ ਮਾਮਲੇ ਵਿੱਚ ਭਾਰਤੀ ਪਹਿਲੇ ਸਥਾਨ ਤੇ ਇੱਕ ਸੂਬੇ ਤੋਂ ਆਈ ਖਾਸ ਜਾਣਕਾਰੀ। ਸਰਕਾਰੀ ਵੈਬਸਾਈਟਾਂ ਤੇ ਹੋਏ ਸਾਈਬਰ ਹਮਲੇ, ਟਰੂਡੋ ਨੇ ਦਿੱਤਾ ਠੋਕਵਾਂ ਜਵਾਬ। ਟਰੂਡੋ ਦਾ ਯੂਕਰੇਨ ਬਾਰੇ ਵੱਡਾ ਐਲਾਨ, $59 ਮਿਲੀਅਨ ਕਰਨਗੇ ਖਰਚ। ਵਰਕ ਪਰਮਿਟ ਹਾਸਲ ਕਰਨ ਦੇ ਵਿੱਚ ਹੁਣ ਦਿੱਕਤ ਆ ਰਹੀ ਹੈ ਕਿਉਂਕਿ ਵਰਕ ਪਰਮਿਟ ਵਾਸਤੇ ਲੰਬਾ ਇੰਤਜ਼ਾਰ ਕਰਨਾ ਪੈ ਰਿਹਾ ਹੈ। ਇਸ ਦੇ ਪਿੱਛੇ ਕੀ ਕਾਰਨ ਹੈ, ਇਹ ਵੀ ਅਧਿਕਾਰੀਆਂ ਵੱਲੋਂ ਸਪਸ਼ਟ ਕੀਤਾ ਗਿਆ। ਦੱਸਿਆ ਜਾ ਰਿਹਾ ਹੈ ਕਿ ਰੌਕਸਮ ਰੋਡ ਬੰਦ ਹੋ ਗਿਆ, ਪਰ ਬੈਕਲੌਗ ਅਜੇ ਵੀ ਕਾਫੀ ਜ਼ਿਆਦਾ ਹੈ, ਜਿਸ ਕਾਰਨ ਵਰਕ ਪਰਮਿਟ ਹਾਸਲ ਕਰਨ ਵਾਲਿਆਂ ਨੂੰ ਕਾਫੀ ਇੰਤਜ਼ਾਰ ਕਰਨਾ ਪੈ ਰਿਹਾ ਹੈ। ਵਰਕ ਪਰਮਿਟ ਦੇ ਨਾਲ ਜੁੜੀ ਹੋਈ ਵੱਡੀ ਖਬਰ ਸਾਹਮਣੇ ਆਈ ਹੈ, ਜਿੱਥੇ ਵਰਕ ਪਰਮਿਟ ਵਾਸਤੇ ਲੰਬਾ ਇੰਤਜ਼ਾਰ ਕਰਨਾ ਪੈ ਰਿਹਾ ਹੈ। ਇਸ ਵਿੱਚ ਕਈ ਸੁਧਾਰ ਤਾਂ ਕੀਤੇ ਗਏ, ਪਰ ਇਸ ਦੇ ਬਾਵਜੂਦ ਵੀ ਪਨਾਹਗੀਰਾਂ ਨੂੰ ਵਰਕ ਪਰਮਿਟ ਲਈ ਲੰਬਾ ਇੰਤਜ਼ਾਰ ਕਰਨਾ ਪੈ ਰਿਹਾ ਹੈ। ਬਹੁਤ ਸਾਰੇ ਅਜਿਹੇ ਲੋਕ ਹਨ ਜਿਹੜੇ ਆਪਣਾ ਪੱਖ ਰੱਖਦੇ ਹੋਏ ਦਿਖਾਈ ਦੇ ਰਹੇ ਨੇ ਕਿ ਕਿਵੇਂ ਉਹਨਾਂ ਨੂੰ ਲੰਬੇ ਸਮੇਂ ਤੋਂ ਵਰਕ ਪਰਮਿਟ ਦਾ ਇੰਤਜ਼ਾਰ ਕਰਨਾ ਪੈ ਰਿਹਾ ਹੈ। ਦੱਸ ਦਈਏ ਕਿ ਅਧਿਕਾਰੀਆਂ ਦਾ ਕਹਿਣਾ ਹੈ ਕਿ ਰੌਕਸਮ ਰੋਡ ਬੰਦ ਕਰ ਦਿੱਤਾ ਗਿਆ, ਪਰ ਅਜੇ ਵੀ ਵੱਡਾ ਬੈਕਲੌਗ ਨਜ਼ਰ ਆ ਰਿਹਾ ਹੈ। ਜ਼ਿਕਰਯੋਗ ਹੈ ਕਿ ਅਜਿਹੇ ਹਜ਼ਾਰਾਂ ਲੋਕ ਹਨ ਜੋ ਕਿ ਪਹਿਲਾਂ ਹੀ ਸਰਹੱਦ ਟੱਪ ਕੇ ਕੈਨੇਡਾ ਆ ਚੁੱਕੇ ਨੇ। ਇਹ ਲੋਕ ਹੁਣ ਇਸ ਵਿਚਾਲੇ ਲਟਕ ਰਹੇ ਹਨ। ਸਾਲ 2022 ਵਿੱਚ ਕਰੀਬ 40,000 ਪ੍ਰਵਾਸੀ ਰੌਕਸਮ ਰੋਡ ਰਾਹੀਂ ਕੈਨੇਡਾ ਦਾਖਲ ਹੋਏ, ਜੋ ਕਿ ਹੁਣ ਤੱਕ ਦੀ ਰਿਕਾਰਡ ਗਿਣਤੀ ਹੈ। ਇਨ੍ਹਾਂ ਵਿੱਚੋਂ ਜ਼ਿਆਦਾਤਰ ਲੋਕ ਸੋਸ਼ਲ ਅਸਿਸਟੈਂਟ ਤੇ ਨਿਰਭਰ ਕਰਦੇ ਹਨ। ਵਰਕ ਪਰਮਿਟ ਦੀ ਲੰਬੀ ਉਡੀਕ ਦੇ ਦੁਖਦਾਈ ਨਤੀਜੇ ਵੀ ਦੇਖਣ ਨੂੰ ਮਿਲੇ। ਇਸ ਮੁੱਦੇ ਤੇ ਇਮੀਗ੍ਰੇਸ਼ਨ ਵਿਭਾਗ ਦੀ ਸਪੋਕਸਪਰਸਨ ਦਾ ਕਹਿਣਾ ਹੈ ਕਿ ਨਵੀਂ ਆਨਲਾਈਨ ਅਰਜ਼ੀ ਨੇ ਵਰਕ ਪਰਮਿਟ ਜਾਰੀ ਕਰਨ ਵਿੱਚ ਤੇਜ਼ੀ ਲਿਆਂਦੀ। ਉਨ੍ਹਾਂ ਕਿਹਾ ਕਿ ਇਸ ਆਨਲਾਈਨ ਅਰਜ਼ੀ ਦੇ ਸ਼ੁਰੂ ਹੋਣ ਤੇ ਪਹਿਲੇ 5 ਮਹੀਨਿਆਂ ਦੌਰਾਨ 20,000 ਤੋਂ ਵੱਧ ਵਰਕ ਪਰਮਿਟ ਜਾਰੀ ਕੀਤੇ ਗਏ, ਜੋ ਕਿ 1 ਸਾਲ ਪਹਿਲਾਂ ਦੀ ਗਿਣਤੀ ਦੇ ਮੁਕਾਬਲੇ ਵੱਡਾ ਵਾਧਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਅਸੀਂ ਆਪਣੀ ਇਮੀਗ੍ਰੇਸ਼ਨ ਪ੍ਰਣਾਲੀ ਨੂੰ ਮਜ਼ਬੂਤ ਕਰਨਾ ਜਾਰੀ ਰੱਖਾਂਗੇ ਤੇ ਇਹ ਯਕੀਨੀ ਬਣਾਵਾਂਗੇ ਕਿ ਇਹ ਦੁਨੀਆ ਦੇ ਸਭ ਤੋਂ ਹਾਸ਼ੀਆਗਤ ਲੋਕਾਂ ਸਮੇਤ ਸਾਰਿਆਂ ਵਾਸਤੇ ਵਧੀਆ ਕੰਮ ਕਰੇ। ਪਰ ਇਮੀਗ੍ਰੇਸ਼ਨ ਵਕੀਲਾਂ ਅਤੇ ਪਨਾਹਗੀਰ ਹਮਾਇਤੀਆਂ ਦਾ ਕਹਿਣਾ ਹੈ ਕਿ ਭਾਵੇਂ ਇਹ ਇੱਕ ਸਵਾਗਤਯੋਗ ਸੁਧਾਰ ਹੈ, ਪਰ ਨਵੀਂ ਪ੍ਰਣਾਲੀ ਦੀਆਂ ਆਪਣੀਆਂ ਸਮੱਸਿਆਵਾਂ ਹਨ। ਇਮੀਗ੍ਰੈਂਟਸ ਦੇ ਮਾਮਲੇ ਵਿੱਚ ਭਾਰਤ ਨੇ ਪਹਿਲਾ ਸਥਾਨ ਹਾਸਿਲ ਕੀਤਾ ਹੈ। ਸਸਕੈਚੁਅਨ ਸੂਬੇ ਤੋਂ ਜਾਣਕਾਰੀ ਸਾਹਮਣੇ ਆ ਰਹੀ ਹੈ, ਜਿੱਥੇ ਭਾਰਤ ਤੋਂ ਵੱਧ ਇਮੀਗ੍ਰੈਂਟਸ ਇਸ ਸੂਬੇ ਦੀ ਚੋਣ ਕਰ ਰਹੇ ਹਨ। ਪਹਿਲਾਂ ਦੇ ਮੁਕਾਬਲੇ ਜੋ ਅੰਕੜਾ ਵੱਧ ਹੋਇਆ, ਉਸ ਬਾਰੇ ਸਾਰੀ ਡਿਟੇਲ ਜਨਤਕ ਕੀਤੀ ਗਈ ਹੈ। ਦੱਸਿਆ ਗਿਆ ਹੈ ਕਿ ਪਹਿਲੇ ਨੰਬਰ ਦੇ ਉੱਪਰ ਤੇ ਦੂਸਰੇ ਨੰਬਰ ਉੱਪਰ ਕਿਹੜੇ ਦੇਸ਼ ਤੋਂ ਆਉਣ ਵਾਲੇ ਇਮੀਗ੍ਰੈਂਟਸ ਹਨ। ਸਸਕੈਚੁਅਨ ਸੂਬੇ ਤੋਂ ਇਮੀਗ੍ਰੇਸ਼ਨ ਦੇ ਨਾਲ ਜੁੜੀ ਹੋਈ ਇੱਕ ਅਹਿਮ ਖਬਰ ਸਾਹਮਣੇ ਆਈ ਹੈ, ਜਿੱਥੇ ਪਤਾ ਚੱਲਿਆ ਕਿ ਸਸਕੈਚੁਅਨ ਪ੍ਰਵਾਸ ਕਰਨ ਵਾਲੇ ਇਮੀਗ੍ਰੈਂਟਸ ਵਿੱਚ ਭਾਰਤੀ ਅੱਗੇ ਹਨ। ਲੰਘੇ 5 ਸਾਲਾਂ ਦੌਰਾਨ 20,000 ਤੋਂ ਵੱਧ ਭਾਰਤੀ ਇਮੀਗ੍ਰੈਂਟਸ ਸਸਕੈਚੁਅਨ ਵਿੱਚ ਪਹੁੰਚੇ। ਦੱਸ ਦਈਏ ਕਿ ਸਸਕੈਚੁਅਨ ਵਿੱਚ ਆਉਣ ਵਾਲੇ ਇਮੀਗ੍ਰੈਂਟਸ ਵਿੱਚੋਂ ਭਾਰਤੀਆਂ ਦਾ ਨੰਬਰ ਪਹਿਲਾ ਹੈ। ਪਿਛਲੇ 5 ਸਾਲਾਂ ਦੌਰਾਨ ਪ੍ਰੋਵਿੰਸ ਵਿੱਚ ਆਉਣ ਵਾਲੇ ਕੁੱਲ ਪ੍ਰਵਾਸੀਆਂ ਵਿੱਚੋਂ 28% ਹਿੱਸਾ ਭਾਰਤੀਆਂ ਦਾ ਹੈ। ਸਸਕੈਚੁਅਨ ਇਮੀਗ੍ਰੇਸ਼ਨ ਮੰਤਰਾਲੇ ਵੱਲੋਂ ਇਸ ਬਾਰੇ ਅੰਕੜੇ ਜਾਰੀ ਕੀਤੇ ਗਏ, ਜਿੱਥੇ ਦੱਸਿਆ ਗਿਆ ਕਿ ਸਾਲ 2018 ਤੋਂ ਸਾਲ 2022 ਮੁਤਾਬਕ 71,394 ਇਮੀਗ੍ਰੈਂਟਸ ਪ੍ਰੋਵਿੰਸ ਵਿੱਚ ਆਏ। ਇਸ ਸਮੇਂ ਦੌਰਾਨ 20,162 ਭਾਰਤੀ ਇਮੀਗ੍ਰੈਂਟਸ ਨੇ ਪ੍ਰੋਵਿੰਸ ਨੂੰ ਚੁਣਿਆ। ਅੰਕੜੇ ਦੱਸਦੇ ਨੇ ਕਿ ਦੂਸਰਾ ਸਥਾਨ ਫਿਲੀਪੀਨਜ਼ ਮੂਲ ਦੇ ਲੋਕਾਂ ਦਾ ਹੈ। ਇਨ੍ਹਾਂ 5 ਵਰ੍ਹਿਆਂ ਦੌਰਾਨ 8,504 ਫਿਲੀਪੀਨ ਮੂਲ ਦੇ ਵਿਅਕਤੀ ਸਸਕੈਚੁਅਨ ਵਿੱਚ ਆਏ। ਭਾਰਤ ਦੇ ਗਵਾਂਢੀ ਦੇਸ਼ ਪਾਕਿਸਤਾਨ ਤੋਂ ਸਿਰਫ 2,944 ਇਮੀਗ੍ਰੈਂਟਸ ਸਸਕੈਚੁਅਨ ਵਿੱਚ ਆਏ। ਪ੍ਰੋਵਿੰਸ ਅੰਦਰ ਆਉਣ ਵਾਲੇ ਇਮੀਗ੍ਰੈਂਟਸ ਵਿੱਚ ਲਗਾਤਾਰ ਵਾਧਾ ਦਰਜ ਕੀਤਾ ਜਾ ਰਿਹਾ ਹੈ। ਸਾਲ 2018 ਦੌਰਾਨ 15,508 ਇਮੀਗ੍ਰੈਂਟਸ ਨੇ ਸਸਕੈਚੁਅਨ ਨੂੰ ਚੁਣਿਆ ਤੇ ਸਾਲ 2022 ਦੌਰਾਨ ਇਹ ਗਿਣਤੀ ਵੱਧ ਕੇ 21,667 ਦੇ ਉੱਪਰ ਪਹੁੰਚ ਗਈ। ਜਾਣਕਾਰੀ ਮੁਤਾਬਕ ਸਸਕੈਚੁਅਨ ਦੀ ਆਬਾਦੀ ਕਰੀਬ 12 ਲੱਖ ਹੈ। ਪ੍ਰੋਵਿੰਸ ਦਾ ਰਕਬਾ 6,51,000 ਹੈ। ਇਸ ਬਾਰੇ ਸੂਬੇ ਦਾ ਕਹਿਣਾ ਹੈ ਕਿ ਨਵੇਂ ਆ ਰਹੇ ਇਮੀਗ੍ਰੈਂਟਸ ਦੀ ਮਦਦ ਕਰਨ ਵਾਸਤੇ ਉਹਨਾਂ ਦੀ ਪੜ੍ਹਾਈ ਦੇ ਮੁਲਾਂਕਣ ਦੀ ਪ੍ਰੋਸੈਸਿੰਗ ਨੂੰ ਸੌਖਾ ਕੀਤਾ ਜਾ ਰਿਹਾ ਹੈ। ਇਮੀਗ੍ਰੇਸ਼ਨ ਵਿਭਾਗ ਦਾ ਕਹਿਣਾ ਹੈ ਕਿ ਵਿਦਿਅਕ ਯੋਗਤਾ ਦੇ ਮੁਲਾਂਕਣ ਨੂੰ ਤੇਜ਼ ਕੀਤਾ ਗਿਆ। ਮੰਤਰਾਲੇ ਮੁਤਾਬਕ ਵਿਦਿਅਕ ਯੋਗਤਾ ਦੇ ਮੁਲਾਂਕਣ ਦੀ ਪ੍ਰਕਿਰਿਆ ਨੂੰ 20 ਦਿਨਾਂ ਦੇ ਅੰਦਰ ਨਿਬੇੜਨ ਦੀ ਕੋਸ਼ਿਸ਼ ਕੀਤੀ ਗਈ ਹੈ ਤੇ ਉਮੀਦਵਾਰ ਦੀ ਯੋਗਤਾ ਕੈਨੇਡੀਅਨ ਸਟੈਂਡਰਡ ਦੇ ਬਰਾਬਰ ਨਾ ਹੋਣ ਦੀ ਸੂਰਤ ਵਿੱਚ ਉਮੀਦਵਾਰ ਨੂੰ ਅੱਗੇ ਦੀ ਯੋਜਨਾ ਬਾਰੇ ਜਾਣਕਾਰੀ ਦਿੱਤੀ ਜਾਂਦੀ ਹੈ। ਇਮੀਗ੍ਰੇਸ਼ਨ ਐਕਸਪਰਟਸ ਵੀ ਇਸ ਬਾਰੇ ਖਾਸ ਜਾਣਕਾਰੀ ਸਾਂਝੀ ਕਰ ਰਹੇ ਹਨ। ਉਹਨਾਂ ਦਾ ਕਹਿਣਾ ਹੈ ਕਿ ਪ੍ਰੋਵਿੰਸ ਵਿੱਚ ਇਮੀਗ੍ਰੈਂਟਸ ਦੀ ਗਿਣਤੀ ਅੰਦਰ ਵਾਧਾ ਹੋਣਾ ਇਸ ਪਿੱਛੇ ਪ੍ਰੋਵਿੰਸ਼ੀਅਲ ਨੋਮੀਨੇਸ਼ਨ ਪ੍ਰੋਗਰਾਮ ਇੱਕ ਕਾਰਨ ਹੈ। ਇਮੀਗ੍ਰੇਸ਼ਨ ਐਕਸਪਰਟਸ ਇਸ ਬਾਰੇ ਲਗਾਤਾਰ ਆਪਣੀ ਜਾਣਕਾਰੀ ਦੇ ਰਹੇ ਨੇ।
ਇਸ ਤੋਂ ਇਲਾਵਾ PNP ਪ੍ਰੋਗਰਾਮ ਦਾ ਖਾਸ ਤੌਰ ਦੇ ਉੱਪਰ ਉਹਨਾਂ ਵੱਲੋਂ ਜ਼ਿਕਰ ਕੀਤਾ ਗਿਆ। ਸਰਕਾਰੀ ਵੈਬਸਾਈਟ ਦੇ ਉੱਪਰ ਸਾਈਬਰ ਹਮਲੇ ਹੋਏ ਤੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਵੀ ਇਸ ਦਾ ਠੋਕਵਾਂ ਜਵਾਬ ਦਿੱਤਾ ਗਿਆ। ਉਹਨਾਂ ਦਾ ਕਹਿਣਾ ਹੈ ਕਿ ਅਜਿਹੇ ਵਿੱਚ ਉਹ ਡਰਨ ਵਾਲੇ ਜਾਂ ਫਿਰ ਰੁਕਣ ਵਾਲੇ ਨਹੀਂ। ਦੱਸ ਦਈਏ ਕਿ ਯੂਕਰੇਨ ਦੇ ਪ੍ਰਧਾਨ ਮੰਤਰੀ ਕੈਨੇਡਾ ਦੌਰੇ ਤੇ ਆਏ ਨੇ, ਜਿਸ ਦੌਰਾਨ ਵੈਬਸਾਈਟ ਦੇ ਉੱਪਰ ਸਾਈਬਰ ਹਮਲੇ ਹੋਏ ਹਨ। ਯੂਕਰੇਨ ਦੇ ਪ੍ਰਧਾਨ ਮੰਤਰੀ ਦੇ ਕੈਨੇਡਾ ਦੌਰੇ ਦੌਰਾਨ ਕਈ ਸਰਕਾਰੀ ਵੈਬਸਾਈਟਾਂ ਦੇ ਉੱਪਰ ਸਾਈਬਰ ਹਮਲੇ ਹੋਏ ਨੇ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਇਸ ਬਾਰੇ ਕਹਿਣਾ ਹੈ ਕਿ ਉਹ ਸਰਕਾਰੀ ਵੈਬਸਾਈਟ ਨੂੰ ਠੱਪ ਕਰਨ ਦਾ ਸਿਹਰਾ ਲੈਣ ਵਾਲੇ ਰੂਸੀ ਪੱਖੀ ਹੈਕਰਾਂ ਤੋਂ ਘਬਰਾਉਣਗੇ ਜਾਂ ਫਿਰ ਰੁਕਣਗੇ ਨਹੀਂ। ਪ੍ਰਧਾਨ ਮੰਤਰੀ ਦਫ਼ਤਰ ਦੀ ਵੈਬਸਾਈਟ ਸਵੇਰ ਤੋਂ ਕੁਝ ਘੰਟਿਆਂ ਵਾਸਤੇ ਲੋਡ ਨਹੀਂ ਹੋ ਰਹੀ ਸੀ। ਸੈਨੇਟ ਦੀ ਵੈਬਸਾਈਟ ਨੂੰ ਸੋਮਵਾਰ ਨੂੰ ਦਿੱਕਤ ਪੇਸ਼ ਆਈ। ਯੂਕਰੇਨ ਦੇ ਪ੍ਰਧਾਨ ਮੰਤਰੀ ਟੋਰਾਂਟੋ ਆਏ ਹੋਏ ਹਨ। ਕੈਨੇਡਾ ਵਿੱਚ ਸਾਈਬਰ ਸੁਰੱਖਿਆ ਦੀ ਨਿਗਰਾਨੀ ਕਰਨ ਵਾਲੀ ਖੁਫੀਆ ਏਜੰਸੀ CSC ਨੇ ਕਿਹਾ ਕਿ ਯੂਕਰੇਨ ਦੇ ਅਧਿਕਾਰੀਆਂ ਦੀ ਮੇਜ਼ਬਾਨੀ ਕਰਨ ਵਾਲੇ ਦੇਸ਼ਾਂ ਤੇ ਸਾਈਬਰ ਹਮਲੇ ਹੋਣੇ ਕੋਈ ਨਵੀਂ ਗੱਲ ਨਹੀਂ। ਇੱਕ ਰੂਸੀ ਪੱਖੀ ਹੈਕਿੰਗ ਸਮੂਹ ਨੇ ਦੋਵੇਂ ਸਾਈਬਰ ਹਮਲਿਆਂ ਦੀ ਜ਼ਿੰਮੇਵਾਰੀ ਲਈ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਕਿ ਰੂਸ ਦਾ ਕੁਝ ਘੰਟਿਆਂ ਬਾਅਦ ਕੈਨੇਡਾ ਸਰਕਾਰ ਦੇ ਵੈਬ ਪੇਜ ਨੂੰ ਠੱਪ ਕਰਨ ਦੇ ਯੋਗ ਹੋਣਾ ਕਿਸੇ ਵੀ ਤਰ੍ਹਾਂ ਕੈਨੇਡਾ ਵੱਲੋਂ ਯੂਕਰੇਨ ਦੇ ਅਟੁੱਟ ਸਮਰਥਨ ਨੂੰ ਪ੍ਰਭਾਵਿਤ ਨਹੀਂ ਕਰੇਗਾ। CSC ਦੇ ਇੱਕ ਬੁਲਾਰੇ ਨੇ ਕਿਹਾ ਕਿ ਭਾਵੇਂ ਇਹ ਘਟਨਾਵਾਂ ਧਿਆਨ ਖਿੱਚਦੀਆਂ ਹਨ, ਪਰ ਪ੍ਰਭਾਵਿਤ ਸਿਸਟਮਾਂ ਤੇ ਇਹਨਾਂ ਦਾ ਅਸਰ ਬਹੁਤ ਘੱਟ ਹੈ। ਉਨ੍ਹਾਂ ਨੇ ਕਿਹਾ ਕਿ ਯੂਕਰੇਨ ਵਿੱਚ ਸ਼ੁਰੂ ਹੋਈ ਜੰਗ ਤੋਂ ਬਾਅਦ ਯੂਕਰੇਨੀ ਅਧਿਕਾਰੀਆਂ ਦੀ ਮੇਜ਼ਬਾਨੀ ਕਰਨ ਵਾਲੇ ਦੇਸ਼ਾਂ ਨੂੰ ਡਿਨਾਇਲ ਆਫ ਸਰਵਿਸ ਅਟੈਕਸ ਜਾਣੀ ਕਿ ਸਰਕਾਰੀ ਵੈਬਸਾਈਟਾਂ ਨੂੰ ਠੱਪ ਕਰਨ ਵਾਲੇ ਸਾਈਬਰ ਹਮਲਿਆਂ ਦਾ ਨਿਸ਼ਾਨਾ ਬਣਾਉਣਾ ਕੁਝ ਨਵਾਂ ਨਹੀਂ ਹੈ। ਉਨ੍ਹਾਂ ਕਿਹਾ ਕਿ ਕੈਨੇਡੀਅਨ ਸਰਕਾਰ ਦੁਨੀਆ ਦੀ ਹਰ ਹੋਰ ਸਰਕਾਰੀ ਅਤੇ ਨਿੱਜੀ ਖੇਤਰ ਦੀਆਂ ਸੰਸਥਾਵਾਂ ਵਾਂਗ ਹੀ ਸਾਈਬਰ ਹਮਲਿਆਂ ਦਾ ਲਗਾਤਾਰ ਨਿਸ਼ਾਨਾ ਬਣੀ ਹੈ ਤੇ ਸਰਕਾਰ ਸੰਭਾਵੀ ਖਤਰਿਆਂ ਦੀ ਨਿਗਰਾਨੀ ਕਰਨ, ਪਤਾ ਲਗਾਉਣ ਅਤੇ ਜਾਂਚ ਕਰਨ ਵਾਸਤੇ ਸਿਸਟਮ ਅਤੇ ਸਾਧਨ ਸੁਨਿਸ਼ਚਿਤ ਕਰਨ ਵਾਸਤੇ ਹੈ ਅਤੇ ਹਮਲਾ ਹੋਣ ਤੇ ਉਨ੍ਹਾਂ ਨੂੰ ਬੇਅਸਰ ਕਰਨਾ ਯਕੀਨੀ ਬਣਾਉਣ ਵਾਸਤੇ ਹੋਰ ਵਿਭਾਗਾਂ ਨਾਲ ਕੰਮ ਕਰ ਰਹੀ ਹੈ। ਇਸ ਸਾਲ ਦੇ ਸ਼ੁਰੂ ਵਿੱਚ ਏਜੰਸੀ ਨੇ ਰੂਸ ਨਾਲ ਜੁੜੇ ਹੈਕਰਾਂ ਦੁਆਰਾ ਜਵਾਬੀ ਸਾਈਬਰ ਹਮਲਿਆਂ ਦੇ ਖਤਰੇ ਦੇ ਵਿਰੁੱਧ ਬੇਹੱਦ ਚੌਕਸੀ ਵਰਤਣ ਦੀ ਮੰਗ ਕੀਤੀ। ਇਹ ਚੇਤਾਵਨੀ ਕੈਨੇਡਾ ਵੱਲੋਂ ਯੂਕਰੇਨ ਨੂੰ 4 ਲੈਪਰਡ ਦੇਣ ਤੋਂ ਬਾਅਦ ਆਈ ਸੀ, ਜਦੋਂ ਰੂਸ ਨਾਲ ਜੁੜੇ ਸਾਈਬਰ ਅਪਰਾਧਕ ਗਰੁੱਪਾਂ ਨੇ ਯੂਕਰੇਨ ਦਾ ਸਮਰਥਨ ਕਰਨ ਵਾਲੇ ਦੇਸ਼ਾਂ ਨੂੰ ਨਿਸ਼ਾਨਾ ਬਣਾਉਣਾ ਸ਼ੁਰੂ ਕੀਤਾ। ਟਰੂਡੋ ਸਰਕਾਰ ਵੱਲੋਂ ਇੱਕ ਵਾਰ ਫਿਰ ਤੋਂ ਯੂਕਰੇਨ ਦੀ ਮਦਦ ਦਾ ਵੱਡਾ ਐਲਾਨ ਕੀਤਾ ਗਿਆ, ਜਿੱਥੇ ਉਹਨਾਂ ਨੇ ਦੱਸਿਆ ਗਿਆ ਕਿ ਹੁਣ ਕਿੰਨੀ ਰਕਮ ਯੂਕਰੇਨ ਨੂੰ ਦਿੱਤੀ ਜਾਏਗੀ ਤੇ ਇਸ ਨਾਲ ਕਿਹੜੀ ਮਦਦ ਹੋਣ ਵਾਲੀ ਹੈ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਵੱਡੀ ਸਹਾਇਤਾ ਦਾ ਐਲਾਨ ਕੀਤਾ ਗਿਆ। ਟਰੂਡੋ ਵੱਲੋਂ ਯੂਕਰੇਨ ਨੂੰ ਨਵੀਂ ਫੌਜੀ ਸਹਾਇਤਾ ਬਾਰੇ ਜਾਣਕਾਰੀ ਦਿੱਤੀ ਹੈ, ਜਿੱਥੇ ਉਹਨਾਂ ਵੱਲੋਂ ਦੱਸਿਆ ਗਿਆ ਕਿ ਇਸ ਸੰਬੰਧੀ ਕੈਨੇਡਾ ਵੱਲੋਂ $59 ਮਿਲੀਅਨ ਖਰਚ ਕੀਤੇ ਜਾਣਗੇ। ਯੂਕਰੇਨ ਦੇ ਪ੍ਰਧਾਨ ਮੰਤਰੀ ਕੈਨੇਡਾ ਦੌਰੇ ਦੇ ਉੱਪਰ ਆਏ ਅਤੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਉਹਨਾਂ ਦੇ ਨਾਲ ਟੋਰਾਂਟੋ ਵਿੱਚ ਇੱਕ ਬੈਠਕ ਦਾ ਆਯੋਜਨ ਕੀਤਾ ਗਿਆ। ਇਸ ਦੌਰਾਨ ਕੈਨੇਡਾ ਨੇ ਯੂਕਰੇਨ ਨੂੰ ਨਵੀਂ ਫੌਜੀ ਅਤੇ ਵਿੱਤੀ ਮਦਦ ਦਾ ਐਲਾਨ ਕੀਤਾ। ਫੈਡਰਲ ਸਰਕਾਰ ਯੂਕਰੇਨ ਵਾਸਤੇ 21,000 ਅਸੌਲਟ ਰਾਈਫਲ, ਮਸ਼ੀਨ ਗਨਜ਼ ਅਤੇ ਗੋਲੀਆਂ ਖਰੀਦ ਕੇ ਭੇਜੇਗੀ। ਇਹ ਹਥਿਆਰ ਅਤੇ ਗੋਲੀਆਂ ਓਨਟਾਰੀਓ ਦੇ ਕਿਚਨਰ ਵਿੱਚ ਸਥਿਤ ਹਥਿਆਰ ਨਿਰਮਾਤਾ ਕੋਲਟ ਕੈਨੇਡਾ ਤੋਂ ਖਰੀਦੀਆਂ ਜਾਣਗੀਆਂ। ਟਰੂਡੋ ਨੇ ਕਿਹਾ ਕਿ ਪਿਛਲੇ ਮਹੀਨੇ ਬਜਟ ਵਿੱਚ ਯੂਕਰੇਨ ਵਾਸਤੇ ਐਲਾਨਿਆ $2.4 ਬਿਲੀਅਨ ਦਾ ਲੋਨ ਵੀ ਜਾਰੀ ਕਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਟਰੂਡੋ ਨੇ ਕਿਹਾ ਕਿ ਇਸ ਪੈਸੇ ਦੀ ਵਰਤੋਂ ਯੂਕਰੇਨ ਸਰਕਾਰ ਜ਼ਰੂਰੀ ਸੇਵਾਵਾਂ ਜਿਵੇਂ ਕਿ ਪੈਨਸ਼ਨ ਭੁਗਤਾਨ, ਈਂਧਨ ਦੀ ਖਰੀਦ ਅਤੇ ਨੁਕਸਾਨੇ ਗਏ ਊਰਜਾ ਢਾਂਚੇ ਦੀ ਮੁਰੰਮਤ ਵਾਸਤੇ ਕਰੇਗੀ। ਟਰੂਡੋ ਨੇ ਦੋਵੇਂ ਦੇਸ਼ਾਂ ਦਰਮਿਆਨ ਮੁਕਤ ਵਪਾਰ ਸਮਝੌਤੇ ਤੇ ਆਧੁਨਿਕਰਨ ਬਾਰੇ ਸਾਂਝੇ ਐਲਾਨਨਾਮੇ ਤੇ ਦਸਤਖਤ ਕੀਤੇ। ਦੋਵੇਂ ਲੀਡਰਾਂ ਨੇ ਸਸਕੈਟੂਨ ਆਧਾਰਿਤ ਕੈਮੋਕੋ ਅਤੇ ਯੂਕਰੇਨ ਦੀ ਸਰਕਾਰੀ ਮਾਲਕੀ ਵਾਲੀ ਐਨਗਰੋ ਆਟਮ ਦਰਮਿਆਨ ਪਹਿਲੇ ਐਲਾਨੇ ਗਏ ਸਮਝੌਤਿਆਂ ਦਾ ਵੀ ਜ਼ਿਕਰ ਕੀਤਾ। ਕੈਮਕੋ 2035 ਤੱਕ ਯੂਕਰੇਨ ਦੇ ਪਰਮਾਣੂ ਪਾਵਰ ਸਟੇਸ਼ਨਾਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਵਾਸਤੇ ਯੂਰੇਨੀਅਮ ਦੀ ਸਪਲਾਈ ਕਰੇਗਾ। Today, we're announcing we'll be sending even more weapons. Sourced from Colt Canada, we'll be sending 21,000 assault rifles, 38 machine guns, and over 2.4 million rounds of ammunition. This will help the armed forces of Ukraine continue to defend their freedom and fight for Ukraine's territorial integrity. Something Prime Minister Shmyhal and I discussed today was also the financial situation of his country and the efforts to rebuild Ukraine. To support essential services, including pension payments, purchasing fuel, and restoring damaged energy infrastructure, Canada has now disbursed a $2.4 billion loan announced
in our budget 2023. ਡੈਂਟਲ ਕੇਅਰ ਪ੍ਰੋਗਰਾਮ ਦੇ ਬਾਰੇ ਐਨਡੀਪੀ ਲੀਡਰ ਜਗਮੀਤ ਸਿੰਘ ਬੋਲੇ ਨੇ। ਫੈਡਰਲ ਬਜਟ ਦੇ ਵਿੱਚ ਡੈਂਟਲ ਕੇਅਰ ਪ੍ਰੋਗਰਾਮ ਦਾ ਜੋ ਐਲਾਨ ਹੋਇਆ, ਇਸ ਬਾਰੇ ਐਨਡੀਪੀ ਲੀਡਰ ਗੱਲ ਕਰਦੇ ਹੋਏ ਦਿਖਾਈ ਦਿੱਤੇ। ਐਨਡੀਪੀ ਲੀਡਰ ਜਗਮੀਤ ਸਿੰਘ ਓਨਟਾਰੀਓ ਵਿੰਸਰ ਦੇ ਵਿੱਚ ਪਹੁੰਚੇ, ਜਿੱਥੇ ਉਹਨਾਂ ਨੇ ਨਿਊਜ਼ ਕਾਨਫਰੰਸ ਦਾ ਆਯੋਜਨ ਕੀਤਾ ਗਿਆ। ਇਸ ਦੌਰਾਨ ਐਨਡੀਪੀ ਲੀਡਰ ਵੱਲੋਂ ਫੈਡਰਲ ਬਜਟ ਦਾ ਵੀ ਜ਼ਿਕਰ ਕੀਤਾ ਗਿਆ, ਜਿਸ ਵਿੱਚ ਡੈਂਟਲ ਕਵਰੇਜ ਨੂੰ ਲੈ ਕੇ ਉਹਨਾਂ ਨੇ ਆਪਣੇ ਵਿਚਾਰ ਸਾਂਝੇ ਕੀਤੇ। ਕੀ ਕਹਿਣਾ ਹੈ ਜਗਮੀਤ ਸਿੰਘ ਦਾ, ਆਓ ਤੁਹਾਨੂੰ ਸੁਣਾਉਂਦੇ ਹਾਂ। Really special to be back at a college that I used to walk my dog around this area, ride my bike through here. So it's a huge honor to be back in an area that I spent a lot of time. I'm also joined by my friend and member of parliament for the community with the New Democratic Party federally, Brian Massey, as well as another dear friend who I used to share office space with, or we shared a wall in Queen's Park when I was provincial, Lita Gretzky, who is a member of provincial parliament for the community. And both of them do an incredible job of fighting for the people here of Windsor and the surrounding region. We're here to talk about dental care. We know that people have been struggling. The cost of living is going through the roof. The cost of groceries, the cost of every bill has made it so that people are feeling really squeezed. And people told us that we need a break. Give us a break. Give us a hand. We need some respect. We need something that will save us some money, put more money in our pockets. And we heard people loud and clear. So we fought hard and forced this government in this budget to save people money and to help them with their health. So the two concrete things I want to talk about today, the dental care, we've expanded dental care for the first time in our history as a nation to include seniors, people living with disabilities, and children 18 and under. This is a historic expansion, and it's going to save families on average $1,200 a year. For some families, it can mean a lot more. I met with a senior couple. Both of them are on a fixed income. Both of them need dental care that's going to cost, they were quoted, over $1,100 each for a root canal, which they cannot put off because of the pain that they're in. For that family, they're going to save $2,200. So this is a real way to save money for people. It's also going to improve people's health, save them money and save them. ਚੋਣਾਂ ਵਿੱਚ ਵਿਦੇਸ਼ੀ ਦਖਲਅੰਦਾਜ਼ੀ ਦੇ ਮੁੱਦੇ ਦੇ ਨਾਲ ਜੁੜੀ ਹੋਈ ਵੱਡੀ ਅਪਡੇਟ ਸਾਹਮਣੇ ਆਈ ਹੈ, ਜਿੱਥੇ ਟਰੂਡੋ ਫਾਊਂਡੇਸ਼ਨ ਵੱਲੋਂ ਅਸਤੀਫਾ ਦੇ ਦਿੱਤਾ ਗਿਆ। ਪੂਰੇ ਬੋਰਡ ਆਫ ਡਾਇਰੈਕਟਰਸ ਵੱਲੋਂ ਵੀ ਆਪਣਾ ਅਹੁਦਾ ਛੱਡਣ ਦੇ ਬਾਰੇ ਐਲਾਨ ਕੀਤਾ ਗਿਆ। ਇਸ ਦੇ ਪਿੱਛੇ ਉਹਨਾਂ ਦਾ ਇੱਕ ਬਿਆਨ ਵੀ ਸਾਹਮਣੇ ਆਇਆ। ਵਿਦੇਸ਼ੀ ਦਖਲ ਦੇ ਵਿਵਾਦ ਦਰਮਿਆਨ ਟਰੂਡੋ ਫਾਊਂਡੇਸ਼ਨ ਦੇ ਪ੍ਰੈਜ਼ੀਡੈਂਟ ਅਤੇ ਸਮੁੱਚੇ ਬੋਰਡ ਵੱਲੋਂ ਅਸਤੀਫਾ ਦੇ ਦਿੱਤਾ ਗਿਆ। ਜੀ ਹਾਂ, ਪੀਅਰ ਐਲੀਅਟ ਟਰੂਡੋ ਫਾਊਂਡੇਸ਼ਨ ਦੇ ਪ੍ਰੈਜ਼ੀਡੈਂਟ ਅਤੇ ਸਾਰੇ ਬੋਰਡ ਆਫ ਡਾਇਰੈਕਟਰਸ ਨੇ ਅਸਤੀਫਾ ਦੇ ਦਿੱਤਾ ਹੈ। ਚੀਨ ਦੇ ਇੱਕ ਕਾਰੋਬਾਰੀ ਤੋਂ ਪ੍ਰਾਪਤ ਡੋਨੇਸ਼ਨ ਦੇ ਚੀਨ ਵੱਲੋਂ ਕਥਿਤ ਵਿਦੇਸ਼ੀ ਦਖਲ ਦੇ ਚੱਲ ਰਹੇ ਵਿਵਾਦ ਨਾਲ ਜੋੜੇ ਜਾਣ ਕਾਰਨ ਇਹ ਸਮੂਹਿਕ ਅਸਤੀਫੇ ਦਿੱਤੇ ਗਏ ਹਨ। ਇੱਕ ਬਿਆਨ ਵਿੱਚ ਫਾਊਂਡੇਸ਼ਨ ਨੇ ਕਿਹਾ ਕਿ ਸਾਲ 2016 ਵਿੱਚ ਚੀਨ ਸਰਕਾਰ ਨਾਲ ਜੁੜੇ ਇੱਕ ਕਾਰੋਬਾਰੀ ਵੱਲੋਂ $2 ਲੱਖ ਦੀ ਡੋਨੇਸ਼ਨ ਦਿੱਤੀ ਗਈ, ਜਿਸ ਨੇ ਫਾਊਂਡੇਸ਼ਨ ਦੀ ਮੈਨੇਜਮੈਂਟ ਅਤੇ ਬੋਰਡ ਆਫ ਡਾਇਰੈਕਟਰਸ ਅਤੇ ਨਾਲ ਹੀ ਸਟਾਫ ਤੇ ਕਮਿਊਨਿਟੀ ਤੇ ਬੇਹੱਦ ਬੋਝ ਪਾ ਦਿੱਤਾ। ਇਸ ਚੈਰਿਟੀ ਸੰਸਥਾ ਨੇ ਪਿਛਲੇ ਮਹੀਨੇ ਐਲਾਨ ਕੀਤਾ ਸੀ ਕਿ ਉਹ ਇਸ ਡੋਨੇਸ਼ਨ ਨੂੰ ਵਾਪਸ ਕਰ ਦੇਣਗੇ। ਕੰਜ਼ਰਵੇਟਿਵ ਨੇ ਇਸ ਮਾਮਲੇ ਤੇ ਸਰਕਾਰ ਦੀ ਆਲੋਚਨਾ ਕਰਦੇ ਹੋਏ ਕਿਹਾ ਕਿ ਇਸ ਡੋਨੇਸ਼ਨ ਨੇ ਸਾਲ 2021 ਦੀਆਂ ਫੈਡਰਲ ਚੋਣਾਂ ਦੀ ਅਖੰਡਤਾ ਬਾਰੇ ਇੱਕ ਸਰਕਾਰੀ ਰਿਪੋਰਟ ਨਾਲ ਸਮਝੌਤਾ ਕੀਤਾ ਤੇ ਰਿਪੋਰਟ ਬਾਰੇ ਬੇਇਤਬਾਰੀ ਪੈਦਾ ਹੁੰਦੀ ਹੈ। ਫਾਊਂਡੇਸ਼ਨ ਨੇ ਬਿਆਨ ਜਾਰੀ ਕੀਤਾ, ਜਿਸ ਵਿੱਚ ਕਿਹਾ ਗਿਆ ਕਿ ਫਾਊਂਡੇਸ਼ਨ ਦਾ ਰਾਜਨੀਤੀਕਰਨ ਹੋਣ ਕਰਕੇ ਪੈਦਾ ਹੋਏ ਨਤੀਜਿਆਂ ਨੇ ਯਥਾ ਸਥਿਤੀ ਜਾਰੀ ਰੱਖਣਾ ਅਸੰਭਵ ਬਣਾ ਦਿੱਤਾ, ਪਰ ਇਸ ਕਰਕੇ ਵੋਲੰਟੀਅਰ ਬੋਰਡ ਆਫ ਡਾਇਰੈਕਟਰਸ ਅਤੇ ਪ੍ਰੈਜ਼ੀਡੈਂਟ ਤੇ ਸੀਈਓ ਅਸਤੀਫਾ ਦੇ ਰਹੇ ਨੇ। ਇਹ ਫਾਊਂਡੇਸ਼ਨ ਇੰਡੀਪੈਂਡੈਂਟ ਹੈ ਤੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਇਸ ਨਾਲ ਕੋਈ ਸ਼ਮੂਲੀਅਤ ਨਹੀਂ ਹੈ। ਇਹ ਚੈਰਿਟੀ ਸੰਸਥਾ ਸਾਬਕਾ ਪ੍ਰਧਾਨ ਮੰਤਰੀ ਪੀਅਰ ਟਰੂਡੋ ਦੇ ਸਨਮਾਨ ਵਿੱਚ ਸਾਲ 2001 ਦੌਰਾਨ ਸਥਾਪਿਤ ਕੀਤੀ ਗਈ ਤੇ ਇਹ ਸਕਾਲਰਸ਼ਿਪਾਂ, ਮੈਂਬਰਸ਼ਿਪ ਤੇ ਹੋਰ ਵੀ ਕਈ ਫੰਡ ਕਰਦੀ ਹੈ। ਬਿਆਨ ਵਿੱਚ ਕਿਹਾ ਗਿਆ ਕਿ ਜਦੋਂ ਤੱਕ ਇੱਕ ਨਵਾਂ ਬੋਰਡ ਨਿਯੁਕਤ ਨਹੀਂ ਹੁੰਦਾ, ਉਦੋਂ ਤੱਕ 3 ਡਾਇਰੈਕਟਰ ਚੈਰਿਟੀ ਦੇ ਕੰਮ ਨੂੰ ਜਾਰੀ ਰੱਖਣ ਅਤੇ ਇੰਟਰਮ ਆਧਾਰ ਤੇ ਬਣੇ ਰਹਿਣਗੇ। ਫਾਊਂਡੇਸ਼ਨ ਦੀ ਵੈਬਸਾਈਟ ਮੁਤਾਬਕ ਬੋਰਡ ਆਫ ਡਾਇਰੈਕਟਰਸ ਦੇ 6 ਮੈਂਬਰ ਹਨ। ਸਿਹਤ ਉੱਪਰ ਸਰਕਾਰ ਵੱਲੋਂ ਕਾਫੀ ਜ਼ਿਆਦਾ ਰਕਮ ਖਰਚ ਕੀਤੀ ਜਾਵੇਗੀ, ਜਿਸ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ ਹੈ। ਇਸ ਮੌਕੇ ਫੈਡਰਲ ਬਜਟ ਦੇ ਵੱਲ ਧਿਆਨ ਦਿਵਾਉਂਦਿਆਂ ਦੱਸਿਆ ਗਿਆ ਕਿ ਸਿਹਤ ਦੇ ਨਾਲ ਜੁੜੇ ਹੋਏ ਸੈਕਟਰਸ ਦੇ ਉੱਪਰ ਕਿੰਨਾ ਖਰਚ ਕੀਤਾ ਜਾਵੇਗਾ ਤੇ ਇਹ ਕਿੰਨੇ ਸਾਲਾਂ ਵਾਸਤੇ ਹੋਣ ਵਾਲਾ ਹੈ। ਸਿਹਤ ਦੇ ਸੰਬੰਧ ਵਿੱਚ ਸਰਕਾਰ ਵੱਲੋਂ ਹੁਣ ਖਰਚ ਕੀਤਾ ਜਾਵੇਗਾ। ਜਾਣਕਾਰੀ ਮੁਤਾਬਕ ਅਗਲੇ ਦਹਾਕੇ ਤੱਕ ਕੈਨੇਡਾ ਸਰਕਾਰ ਵੱਲੋਂ ਹੈਲਥ ਕੇਅਰ ਦੇ ਉੱਪਰ $200 ਬਿਲੀਅਨ ਵਾਧੂ ਖਰਚ ਕੀਤੇ ਜਾਣਗੇ। ਬਜਟ ਦੇ ਵਿੱਚ ਖਾਸ ਤੌਰ ਤੇ ਉੱਪਰ ਇਸ ਦਾ ਜ਼ਿਕਰ ਕੀਤਾ ਗਿਆ ਹੈ। ਦੱਸੀਏ ਕਿ ਸਾਲ 2021 ਦੇ ਸੈਂਸਸ ਅੰਕੜੇ ਦੱਸਦੇ ਹਨ ਕਿ 85 ਸਾਲ ਤੇ ਇਸ ਤੋਂ ਵੱਧ ਉਮਰ ਦੇ ਲੋਕ ਕੈਨੇਡਾ ਵਿੱਚ 8,61,395 ਰਹਿ ਰਹੇ ਹਨ। 2.1 ਮਿਲੀਅਨ ਦੀ ਉਮਰ 75 ਤੋਂ 85 ਦੇ ਵਿਚਕਾਰ ਦੱਸੀ ਗਈ ਹੈ।
ਇਸ ਤੋਂ ਇਲਾਵਾ ਅਨਇੰਪਲੋਇਮੈਂਟ ਰੇਟ ਦਾ ਵੀ ਜ਼ਿਕਰ ਕੀਤਾ ਗਿਆ। ਹੈਲਥ ਕੇਅਰ ਸੈਕਟਰ ਦੇ ਵਿੱਚ ਸਕਿਲਡ ਇਮੀਗ੍ਰੈਂਟਸ ਦੀ ਕਾਫੀ ਜ਼ਿਆਦਾ ਮੰਗ ਹੈ। ਇਸ ਸਭ ਨੂੰ ਧਿਆਨ ਵਿੱਚ ਰੱਖਦਿਆਂ ਸਰਕਾਰ ਵੱਲੋਂ ਐਲਾਨ ਕੀਤਾ ਗਿਆ ਕਿ ਉਨ੍ਹਾਂ ਵੱਲੋਂ ਅਗਲੇ 10 ਸਾਲਾਂ ਵਾਸਤੇ ਸਿਹਤ ਦੇ ਸੰਬੰਧ ਵਿੱਚ $200 ਬਿਲੀਅਨ ਖਰਚ ਕੀਤੇ ਜਾਣਗੇ। ਇਸ ਵਿੱਚ ਪ੍ਰੋਵਿੰਸਸ ਅਤੇ ਟੈਰੀਟਰੀਜ਼ ਨੂੰ ਜੋ ਫੰਡ ਦਿੱਤੇ ਜਾਣਗੇ ਉਸ ਦਾ ਵੀ ਜ਼ਿਕਰ ਕੀਤਾ ਗਿਆ। ਨਾਲ ਹੀ ਕੈਨੇਡੀਅਨਸ ਅਤੇ ਨਿਊ ਕਮਰਸ ਵਾਸਤੇ ਡੈਂਟਲ ਕੇਅਰ ਪ੍ਰੋਗਰਾਮ ਵਾਸਤੇ ਕੀ ਹੈ ਇਹ ਵੀ ਬਜਟ ਦੇ ਵਿੱਚ ਦੱਸਿਆ ਗਿਆ ਹੈ। ਅਗਲੇ 5 ਸਾਲਾਂ ਦੌਰਾਨ ਬਜਟ ਦੇ ਵਿੱਚ $13 ਬਿਲੀਅਨ ਡੈਂਟਲ ਕੇਅਰ ਪ੍ਰੋਗਰਾਮ ਵਾਸਤੇ ਰੱਖੇ ਗਏ ਹਨ। ਇਸ ਤੋਂ ਇਲਾਵਾ ਹੋਰ ਚੀਜ਼ਾਂ ਦੇ ਵਾਸਤੇ 3 ਸਾਲਾਂ ਲਈ $158.4 ਮਿਲੀਅਨ ਵੀ ਰੱਖੇ ਗਏ ਹਨ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਸਰਕਾਰ ਦੇ ਉੱਪਰ ਇੱਕ ਵਾਰ ਫਿਰ ਤੋਂ ਵਿਰੋਧੀ ਧਿਰ ਵੱਲੋਂ ਸਵਾਲ ਖੜੇ ਕੀਤੇ ਗਏ। ਕੰਜ਼ਰਵੇਟਿਵ ਪਾਰਟੀ ਦੇ ਲੀਡਰ ਲਗਾਤਾਰ ਮੁੱਦੇ ਚੁੱਕ ਰਹੇ ਨੇ ਤੇ ਉਹਨਾਂ ਵੱਲੋਂ ਇੱਕ ਵਾਰ ਫਿਰ ਤੋਂ ਸਰਕਾਰ ਨੂੰ ਕਈ ਸਵਾਲ ਪੁੱਛੇ ਨੇ। ਵਿਰੋਧੀ ਧਿਰ ਵੱਲੋਂ ਲਗਾਤਾਰ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਸਰਕਾਰ ਤੇ ਸਵਾਲ ਚੁੱਕੇ ਜਾ ਰਹੇ ਨੇ। ਕੰਜ਼ਰਵੇਟਿਵ ਪਾਰਟੀ ਦੇ ਲੀਡਰ ਤਾਂ ਕਈ ਤਰ੍ਹਾਂ ਦੇ ਮੁੱਦੇ ਚੁੱਕਦੇ ਹੋਏ ਦਿਖਾਈ ਦਿੱਤੇ ਤੇ ਇੱਕ ਵਾਰ ਫਿਰ ਤੋਂ ਉਹਨਾਂ ਨੇ ਕੈਨੇਡੀਅਨਸ ਦੇ ਹੱਕ ਦੀ ਗੱਲ ਕੀਤੀ ਹੈ ਤੇ ਟਰੂਡੋ ਸਰਕਾਰ ਤੇ ਨਿਸ਼ਾਨਾ ਸਾਧਿਆ। ਕੀ ਕਹਿਣਾ ਹੈ ਉਹਨਾਂ ਦਾ, ਆਓ ਤੁਹਾਨੂੰ ਸੁਣਾਉਂਦੇ ਹਾਂ। Does he believe, as the leader of the Conservative Party, that it's the government, the Bloc, the NDP and the Green Party trying to prevent individuals from uploading cat videos on Facebook? Do I believe that the government wants to limit people in putting cat videos online? Of course not. But his question is very, very telling. Because first of all, it is designed as everything that this government says to make the people feel small, to tell them that they're really only concerned about cat videos. Mr. Speaker, the people of Canada are smarter than that. They're not idiots. Yes. The people of Canada, they post poetry online, they post music, they post beautiful stories, they share their most beautiful moments online. To distill that all down to cat videos is once again an insult by a liberal snob on the common people, to suggest that they're interested only in frivolous and stupid things that need to be filtered out by a class of much more elite people. Madam Speaker, we believe in the common sense of the common people, and we believe they have the judgment to choose what they should post and what they should read and what they should do online. Thank you. ਵਿਦਿਆਰਥੀ ਉੱਪਰ ਚਾਕੂ ਨਾਲ ਹਮਲਾ ਕੀਤਾ ਗਿਆ। 18 ਸਾਲ ਦਾ ਵਿਦਿਆਰਥੀ ਕਾਫੀ ਜ਼ਿਆਦਾ ਜ਼ਖਮੀ ਹੋ ਗਿਆ, ਜਿਸ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ। ਫਿਲਹਾਲ ਸਸਪੈਕਟ ਦੀ ਭਾਲ ਜਾਰੀ ਹੈ, ਜੋ ਕਿ ਮੌਕੇ ਤੋਂ ਫਰਾਰ ਹੋ ਗਿਆ। ਮੌਂਟਰੀਅਲ ਤੋਂ ਇੱਕ ਅਜਿਹਾ ਮਾਮਲਾ ਸਾਹਮਣੇ ਹੈ ਜਿੱਥੇ ਵਿਦਿਆਰਥੀ ਦੇ ਉੱਪਰ ਚਾਕੂ ਨਾਲ ਹਮਲਾ ਕੀਤਾ ਗਿਆ। ਇਸ ਦੌਰਾਨ ਜੋ ਝਗੜਾ ਹੋਇਆ ਤੇ ਗੱਲ ਕਾਫੀ ਜ਼ਿਆਦਾ ਵੱਧ ਗਈ। ਇਸ ਘਟਨਾ ਦੇ ਸੰਬੰਧ ਵਿੱਚ ਮੌਂਟਰੀਅਲ ਪੁਲਿਸ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ, ਜਿੱਥੇ ਉਹਨਾਂ ਨੇ ਦੱਸਿਆ ਕਿ ਝਗੜਾ ਹੋਣ ਤੋਂ ਬਾਅਦ ਗੱਲ ਇੱਥੋਂ ਤੱਕ ਪਹੁੰਚ ਗਈ ਕਿ ਇੱਕ ਵਿਦਿਆਰਥੀ ਦੇ ਉੱਪਰ ਚਾਕੂ ਨਾਲ ਹਮਲਾ ਕਰ ਦਿੱਤਾ ਗਿਆ। ਇਸ ਸ਼ੁਰੇਬਾਜ਼ੀ ਦੀ ਘਟਨਾ ਦੇ ਵਿੱਚ 18 ਸਾਲ ਦਾ ਵਿਦਿਆਰਥੀ ਕਾਫੀ ਜ਼ਿਆਦਾ ਜ਼ਖਮੀ ਹੋ ਗਿਆ ਤੇ ਘਟਨਾ 8:30 ਦੇ ਕਰੀਬ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਪੀੜਤ ਨੂੰ ਜ਼ਖਮੀ ਹਾਲਤ ਵਿੱਚ ਹਸਪਤਾਲ ਭਰਤੀ ਕਰਵਾਇਆ ਗਿਆ, ਜਿੱਥੇ ਮੌਜੂਦਾ ਸਮੇਂ ਉਸ ਦੀ ਹਾਲਤ ਸਥਿਰ ਬਣੀ ਹੋਈ ਹੈ। ਇਸ ਤੋਂ ਇਲਾਵਾ ਕੋਈ ਹੋਰ ਜ਼ਖਮੀ ਨਹੀਂ ਹੋਇਆ। ਸਸਪੈਕਟ ਮੌਕੇ ਵਾਲੀ ਥਾਂ ਤੋਂ ਫਰਾਰ ਹੋ ਗਿਆ ਤੇ ਹੁਣ ਤੱਕ ਕਿਸੇ ਨੂੰ ਵੀ ਗ੍ਰਿਫਤਾਰ ਨਹੀਂ ਕੀਤਾ ਗਿਆ। ਪੁਲਿਸ ਵੱਲੋਂ ਇਸ ਸਭ ਬਾਰੇ ਹੁਣ ਤੱਕ ਦੀ ਅਪਡੇਟ ਜਾਰੀ ਕੀਤੀ ਗਈ ਹੈ। ਉਹਨਾਂ ਨੇ ਪੀੜਤ ਦੀ ਪਹਿਚਾਣ ਨਹੀਂ ਦੱਸੀ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਹ ਮਾਮਲੇ ਦੀ ਜਾਂਚ ਪੜਤਾਲ ਕਰ ਰਹੇ ਹਨ, ਜਿਸ ਤੋਂ ਬਾਅਦ ਅਗਲੀ ਅਪਡੇਟ ਜਾਰੀ ਕੀਤੀ ਜਾਵੇਗੀ। ਫਿਲਹਾਲ ਉਹਨਾਂ ਵੱਲੋਂ ਇਹਨਾਂ तमाम ਗੱਲਾਂ ਦਾ ਜ਼ਿਕਰ ਕੀਤਾ ਗਿਆ ਜੋ ਤੁਹਾਡੇ ਨਾਲ ਇਸ ਖਬਰ ਵਿੱਚ ਸਾਂਝੀਆਂ ਕੀਤੀਆਂ ਨੇ। ਹਥਿਆਰਾਂ ਨੂੰ ਗਿਫਟ ਰੈਪਰ ਦੇ ਵਿੱਚ ਲਪੇਟਿਆ ਹੋਇਆ ਸੀ। ਅਜਿਹੇ ਵੱਡੀ ਮਾਤਰਾ ਦੇ ਵਿੱਚ ਹਥਿਆਰ ਤਾਂ ਬਰਾਮਦ ਕੀਤੇ ਗਏ, ਨਾਲ 42 ਜਾਣਿਆਂ ਨੂੰ ਗ੍ਰਿਫਤਾਰ ਕੀਤਾ। ਇਹਨਾਂ ਉੱਪਰ ਕਾਫੀ ਜ਼ਿਆਦਾ ਚਾਰजेस ਵੀ ਲਗਾਏ ਗਏ। ਪ੍ਰੋਜੈਕਟ ਜੋ ਪੁਲਿਸ ਅਧਿਕਾਰੀਆਂ ਵੱਲੋਂ ਚਲਾਇਆ ਜਾ ਰਿਹਾ ਸੀ, ਉਸ ਤਹਿਤ ਜਾਣਕਾਰੀ ਸਾਂਝੀ ਕਰਦਿਆਂ ਹੁਣ ਤੱਕ ਦੀ ਡਿਟੇਲ ਦਿੱਤੀ ਗਈ। ਗਿਫਟ ਦੀ ਤਰ੍ਹਾਂ ਲਪੇਟੇ ਹੋਏ ਹਥਿਆਰ ਪੁਲਿਸ ਵੱਲੋਂ ਬਰਾਮਦ ਕੀਤੇ ਗਏ ਤੇ ਉਹਨਾਂ ਨੇ ਇਸ ਸੰਬੰਧੀ ਵੱਡੀ ਕਾਰਵਾਈ ਕੀਤੀ ਹੈ। ਇਸ ਵੱਡੀ ਕਾਰਵਾਈ ਦੇ ਵਿੱਚ ਉਹਨਾਂ ਵੱਲੋਂ 42 ਜਾਣਿਆਂ ਨੂੰ ਗ੍ਰਿਫਤਾਰ ਕੀਤਾ ਗਿਆ। ਅਧਿਕਾਰੀਆਂ ਦਾ ਕਹਿਣਾ ਹੈ ਕਿ ਬਾਰਡਰ ਦੇ ਰਾਹੀਂ ਵੱਡੀ ਮਾਤਰਾ ਦੇ ਵਿੱਚ ਹਥਿਆਰ ਲੈ ਕੇ ਜਾਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ, ਜਿਨ੍ਹਾਂ ਨੂੰ ਗਿਫਟ ਦੀ ਤਰ੍ਹਾਂ ਰੈਪ ਕੀਤਾ ਹੋਇਆ ਸੀ। ਅਜਿਹੇ ਵਿੱਚ ਪੁਲਿਸ ਨੂੰ ਜਦੋਂ ਪਤਾ ਚੱਲਿਆ ਤੇ ਉਹਨਾਂ ਨੇ ਵੱਡੀ ਕਾਰਵਾਈ ਕੀਤੀ। ਕਾਰਵਾਈ ਕਰਦਿਆਂ 42 ਜਾਣਿਆਂ ਨੂੰ ਹਿਰਾਸਤ ਵਿੱਚ ਲਿਆ ਗਿਆ। ਪੁਲਿਸ ਦਾ ਕਹਿਣਾ ਹੈ ਕਿ ਉਹਨਾਂ ਵੱਲੋਂ ਇਹ ਇੱਕ ਪ੍ਰੋਜੈਕਟ ਚਲਾਇਆ ਜਾ ਰਿਹਾ ਸੀ। ਜਿਹੜੇ 42 ਜਾਣੇ ਗ੍ਰਿਫਤਾਰ ਕੀਤੇ ਗਏ, ਉਹਨਾਂ ਨੂੰ 400 ਕ੍ਰਿਮੀਨਲ ਚਾਰजेस ਦਾ ਸਾਹਮਣਾ ਕਰਨਾ ਪਵੇਗਾ। ਟੋਰਾਂਟੋ ਪੁਲਿਸ ਸਰਵਿਸ, ਯਾਰਕ ਰੀਜਨਲ ਪੁਲਿਸ, ਦੌਰਮ ਰੀਜਨਲ ਪੁਲਿਸ ਸਰਵਿਸ, ਓਨਟਾਰੀਓ ਪੁਲਿਸ, ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਅਤੇ US ਬਿਊਰੋ ਆਫ ਐਲਕੋਹਲ, ਟobacco, ਫਾਇਰ ਆਰਮ ਐਂਡ ਐਕਸਪਲੋਸਿਵ ਵੱਲੋਂ ਸਾਂਝੇ ਤੌਰ ਦੇ ਉੱਪਰ ਇਹ ਆਪਰੇਸ਼ਨ ਚਲਾਇਆ ਜਾ ਰਿਹਾ ਸੀ।
ਜਿਸ ਤਹਿਤ 173 ਹਥਿਆਰ ਬਰਾਮਦ ਕੀਤੇ ਗਏ ਨੇ। ਇੰਨਾ ਹੀ ਨਹੀਂ, ਵਿਅਕਤੀਆਂ ਕੋਲੋਂ ਨਕਦੀ ਅਤੇ ਨਸ਼ਾ ਵੀ ਬਰਾਮਦ ਹੋਇਆ। ਹੁਣ ਇਸ ਮਾਮਲੇ ਦੇ ਨਾਲ ਜੁੜੀ ਹੋਈ ਹੋਰ ਕੀ ਅਪਡੇਟ ਦਿੱਤੀ ਗਈ ਹੈ, ਆਓ ਤੁਹਾਨੂੰ ਸੁਣਾਉਂਦੇ ਹਾਂ ਅਧਿਕਾਰੀਆਂ ਦੀ ਜ਼ੁਬਾਨੀ। A joint forces effort led by the Toronto Police Service, York Regional Police, and supported by Durham Regional Police Service, the OPP, the Canada Border Services Agency, and the Bureau of Alcohol, Tobacco, Firearms and Explosives. Through funding provided by the Government of Ontario, Criminal Intelligence Service Ontario all supported this Toronto Police Service joint investigation. As a result of our combined efforts, 42 people have been arrested, 422 criminal charges have been laid, illegal narcotics, cash, and 173 firearms have been seized in both Canada and the United States. As part of this cross-border firearm trafficking investigation, 87 handguns were seized in Chicago in a vehicle driven by a resident from Arizona and destined for Canada. The guns were covered in bubble wrap to avoid damage to the firearms, and then wrapped in holiday paper in an attempt to avoid detection by border security. The guns were then placed in suitcases and placed in the back of the resident's vehicle. There are some guns unwrapped following the seizure. Along with the handguns, police also seized illegal and dangerous narcotics such as fentanyl, you see here. Cocaine was seized in addition to proceeds of crime. Police also seized 3 sets of body armor, along with several other items consistent with firearms possession and trafficking. The work of organized criminals spreads across borders, and our police work must as well. And now, after a year-long investigation led by dedicated officers from law enforcement agencies in both Canada and the United States, we have disrupted criminal organizations and their illicit activities for the good of the people in our city and in cities across Ontario and Canada. Make no mistake, when police take violent criminals off the street, not to mention guns, drugs and other proceeds of crime. ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨਾਲ ਯੂਕਰੇਨ ਦੇ ਪ੍ਰਧਾਨ ਮੰਤਰੀ ਨਜ਼ਰ ਆਏ। ਦੋਹਾਂ ਵੱਲੋਂ ਇੱਕ ਸਮਾਗਮ ਦੇ ਵਿੱਚ ਹਿੱਸਾ ਲਿਆ ਗਿਆ ਤੇ ਦੋਹੀਂ ਨੇਤਾਵਾਂ ਵੱਲੋਂ ਆਪਣੇ ਵਿਚਾਰ ਤੇ ਪੱਖ ਵੀ ਰੱਖਿਆ ਗਿਆ। ਕੀ ਕਹਿਣਾ ਇਹਨਾਂ ਦੋਹਾਂ ਲੀਡਰਸ ਦਾ, ਆਓ ਤੁਹਾਨੂੰ ਸੁਣਾਉਂਦੇ ਹਾਂ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨਾਲ ਯੂਕਰੇਨ ਦੇ ਪ੍ਰਧਾਨ ਮੰਤਰੀ ਨਜ਼ਰ ਆਏ ਤੇ ਉਹਨਾਂ ਵੱਲੋਂ ਟੋਰਾਂਟੋ ਵਿੱਚ ਨਿਊਜ਼ ਕਾਨਫਰੰਸ ਦਾ ਆਯੋਜਿਤ ਕੀਤਾ ਗਿਆ। ਇਸ ਮੌਕੇ ਦੋਵੇਂ ਜਾਣੇ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਦਿਖਾਈ ਦਿੱਤੇ ਹਨ। ਦੱਸ ਦਈਏ ਕਿ ਦੋਹਾਂ ਨੇਤਾਵਾਂ ਵੱਲੋਂ ਸਾਈਨਿੰਗ ਸੈਰੇਮਨੀ ਦੇ ਵਿੱਚ ਹਿੱਸਾ ਲਿਆ ਗਿਆ, ਜਿੱਥੇ ਫੈਡਰਲ ਮਿਨਿਸਟਰ ਫ੍ਰੀਲੈਂਡ ਵੀ ਸ਼ਾਮਿਲ ਸਨ। ਇਸ ਤੋਂ ਇਲਾਵਾ ਹੋਰ ਵੀ तमाम ਚਿਹਰੇ ਦਿਖਾਈ ਦਿੱਤੇ। ਕੀ ਕਹਿਣਾ ਹੈ ਉਹਨਾਂ ਦਾ, ਆਓ ਤੁਹਾਨੂੰ ਸੁਣਾਉਂਦੇ ਹਾਂ। For more than a year now, the people of Ukraine have been heroically resisting Putin's barbaric invasion. The very young and the very old, remaining resolute and defiant as the air raid sirens ring out. Civilian recruits and battle-hardened soldiers, women and men in sustained and brutal combat. And political leaders who, like the remarkable people they represent, could not have been prepared for the hand history dealt them, but who have rallied the world with their resolve. Ukrainians have been fighting for their country, for their sovereignty, and for the future of Ukraine. But while I'm doing that from the comfort and safety of Canada, I know that the NIS is in Ukraine, leading a nation at war. The NIS was in Ukraine, in Kyiv, on that terrifying night in that now famous video when President Zelensky said, "I am here. We are here. Я тут. Тут, тут, тут." The NIS has become a friend, and he has also become an inspiration to me, just as I know all Canadians are inspired by the remarkably brave people of Ukraine. It was an honor for me and my family to host the NIS at my home here in Toronto last night and to welcome him to Canada.
ਇਸ ਦੇ ਨਾਲ ਹੀ ਜਾਂਦੇ ਇੱਕ ਵਾਰ ਫਿਰ ਤੋਂ ਨਜ਼ਰ ਮਾਰਦੇ ਹਾਂ ਹੈਡਲਾਈਨਸ ਤੇ। ਵਰਕ ਪਰਮਿਟ ਲੈਣਾ ਹੋਇਆ ਔਖਾ, ਕਰਨਾ ਪੈ ਰਿਹਾ ਹੈ ਲੰਬਾ ਇੰਤਜ਼ਾਰ। ਇਮੀਗ੍ਰੈਂਟਸ ਦੇ ਮਾਮਲੇ ਵਿੱਚ ਭਾਰਤੀ ਪਹਿਲੇ ਸਥਾਨ ਤੇ, ਇੱਕ ਸੂਬੇ ਤੋਂ ਆਈ ਖਾਸ ਜਾਣਕਾਰੀ। ਸਰਕਾਰੀ ਵੈਬਸਾਈਟਾਂ ਤੇ ਹੋਈ ਸਾਈਬਰ ਹਮਲੇ, ਟਰੂਡੋ ਨੇ ਦਿੱਤਾ ਠੋਕਵਾਂ ਜਵਾਬ। ਟਰੂਡੋ ਦਾ ਯੂਕਰੇਨ ਬਾਰੇ ਵੱਡਾ ਐਲਾਨ, $59 ਮਿਲੀਅਨ ਕਰਨਗੇ ਖਰਚ। ਖਬਰਾਂ ਦੇ ਇਸ ਬੁਲੇਟਿਨ ਵਿੱਚ ਇੰਨਾ ਹੀ। ਫਿਲਹਾਲ ਮੈਨੂੰ ਇੰਦਰਪ੍ਰੀਤ ਕੌਰ ਸੰਗੇੜਾ ਨੂੰ ਦਿਓ ਇਜਾਜ਼ਤ ਤੇ ਤੁਸੀਂ ਵੇਖਦੇ ਰਹੋ ਟੀਵੀ ਪੰਜਾਬ।